ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਾਵੇ। ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਾਵੇ। ਜਦੋਂ ਪੰਗਾ ਪੈ ਜਾਵੇ। ਉਹ ਕਿਹਨੂੰ ਪੰਗੇ ਪਾਈ ਜਾਂਦਾ 420 ਵਾਲਿਆ? ਦੇਖੀ ਕਿਤੇ ਕੋਈ ਚੰਨ ਤਾਂ ਹੀ ਚੜਾਇਆ ਆ। ਚੰਨ ਨਹੀਂ ਚੜਾ ਕੇ ਆਇਆ, ਚੰਨ ਲਾ ਕੇ ਆਇਆ। ਆਂਦਾ ਕਿ ਮੈਂ ਐਮਐਲਏ ਆ। ਮੈਂ ਕਿਹਾ ਗਾਂ ਜਾ, ਐਮਐਲਏ ਹੁੰਦਾ ਸਾਡੇ ਇੰਡੀਆ ਵਿੱਚ। ਜਿੱਥੋਂ ਦੀ ਲੰਘਦਾ ਲੋਕ ਖੜੋ ਖੜੋ ਸਲਾਮਾਂ ਠੋਕਦੇ ਆ, ਹੱਥ ਮਿਲਾਉਣ ਵਾਸਤੇ ਲੈਣਾ ਲੱਗ ਜਾਂਦੀਆਂ। ਇੱਥੇ ਕਾਹਦੇ ਐਮਐਲਏ ਆ? ਅੱਗੋਂ ਪਾਰਟੀ ਵਾਲੇ ਖਿੱਚਦੇ ਆ ਤੇ ਪਿੱਛੋਂ ਲੋਕ। ਉਹ ਨਹੀਂ ਬਾਈ, ਇੱਥੇ ਵੀ ਲੋਕ ਬੜਾ ਫਾਇਦਾ ਲੈ ਜਾਂਦੇ ਐਮਐਲਏ ਬਣ ਕੇ। ਹੋਰ ਐਵੇਂ ਥੋੜੀ ਜਣਾ ਖਣਾ ਤੋਇਆ ਫਿਰਦਾ ਸਿੰਘ ਚੜਾਈ ਐਮਐਲਏ ਬਣਨ ਨੂੰ। ਸਵਾਹ ਫਾਇਦਾ ਲੈ ਜਾਂਦੇ ਆ। ਫਾਇਦਾ ਲੈ ਜਾਂਦੇ ਤੇਰੇ ਵਰਗੇ ਐਮਐਲਏ ਦੇ ਸਪੋਰਟਰ। ਜਿੰਨਾ ਚਿਰ ਇਲੈਕਸ਼ਨਾਂ ਚੱਲਦੀਆਂ ਤੇਰੇ ਵਰਗੇ ਦੀਆਂ ਪਾਰਟੀਆਂ ਚੱਲਦੀਆਂ। ਤੇ ਹੋਰ ਐਮਐਲਏ ਨੂੰ ਰਗੜ ਕੇ ਫੋੜੇ ਤੇ ਲਾਉਣਾ ਹੁੰਦਾ ਯਾਰ। ਉਹ ਭਾਵੇਂ ਇੰਡੀਆ ਹੋਵੇ ਜਾਂ ਕੈਨੇਡਾ, ਲੀਡਰ ਲੋਕ ਤਾਂ ਵੋਟਾਂ ਤੋਂ ਪਹਿਲਾਂ ਹੀ ਕੰਮ ਆਉਂਦੇ ਆ। ਬਾਅਦ ਦੇ ਵਿੱਚ ਤੂੰ ਕੌਣ ਤੇ ਮੈਂ ਕੌਣ। ਉਹ ਗੱਲ ਸੁਣ, ਆਪਣਾ ਭਿੰਦਰ ਆਉਣ ਵਾਲਾ ਮੁੱਗੇ ਵਾਲਾ ਲੈ ਕੇ ਅਸੀਂ ਰਲ ਕੇ ਉਹ ਨਿੰਦਰ ਘੋਲੀਏ ਨੂੰ ਇਲੈਕਸ਼ਨ ਖੜਾ ਕਰਨ ਲੱਗੇ ਆ। ਲੈ ਭਾਲ ਦਾ ਝੋਟਿਆ ਘਰੋਂ ਲੱਸੀ। ਉਹ ਇਲੈਕਸ਼ਨ ਲੜਨਾ ਕੋਈ ਖਾਲਾ ਜੀ ਦਾ ਵੜਾ ਹੈ? ਨੋਟ ਲੱਗਦੇ ਆ ਨੋਟ। ਤੇ ਉਸ ਨਾਮ ਕੋਲ ਕੀ ਆ? ਜੂਆ। ਉਹ ਨਹੀਂ, ਤੈਨੂੰ ਨਹੀਂ ਪਤਾ। ਜਦੋਂ ਆ ਪਿਛਲੇ ਗੇੜੇ ਇੰਡੀਆ ਜਾ ਕੇ ਆਇਆ, ਆਪਣੀ ਹਿੱਸੇ ਦੀ ਪੂਰੀ ਪੈਲੀ ਵੇਚ ਕੇ ਆਇਆ। ਪੂਰੇ 2.5 ਲੱਖ ਡਾਲੇ ਮਿਲੇ। 2.5 ਲੱਖ ਡਾਲੇ। ਅੱਛਾ, ਤਾਈਓ ਮੈਂ ਵੀ ਕਵਾਂਗੇ ਅੱਜ ਕੱਲ ਇਹਨਾਂ ਆਕੜਿਆ ਕਿਉਂ ਫਿਰਦਾ? ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਓਏ ਜੇ ਉਹ ਬੰਦਾ ਨਹੀਂ ਸਮਝਦਾ ਤਾਂ ਆਪਾਂ ਕਿਹੜਾ ਉਹਨੂੰ ਬੰਦਾ ਸਮਝਦੇ ਆ? ਆਪਾਂ ਉਹਨੂੰ ਸਮਝਦੇ ਆ ਐਮਐਲਏ, ਜਾਨੀ ਕਿ ਮਹਾ ਲੰਡੂ ਆਦਮੀ। ਓਏ ਆਪਾਂ ਉਹਨੂੰ ਸਮਝਦੇ ਆ ਮੁਰਗੀ ਲੂਣ ਵਾਲੀ। ਇਲੈਕਸ਼ਨ ਲੜਵਾਵਾਂਗੇ, ਝਟਕਾਵਾਂਗੇ ਤੇ ਖਾਵਾਂਗੇ ਸਣੇ ਮਿੰਗਾ। ਪਰ ਯਾਰ ਉਹ ਤਾਂ ਬੰਦਾ ਆ, ਜਾਨੀ ਕਿ ਮੇਲ। ਉਹਨੂੰ ਮੁਰਗੀ ਨਹੀਂ ਮੁਰਗਾ ਸਮਝਣਾ ਪਊ। ਬਈ ਪੋਲਿਟਿਕਸ ਵਿੱਚ ਮੇਲ ਫੀਮੇਲ ਨਹੀਂ ਹੁੰਦੇ, ਸਭ ਬਿਨਾਂ ਐਡਰੈਸ ਦੀਆਂ ਈਮੇਲ ਹੀ ਹੁੰਦੀਆਂ। ਜੇ ਮਰਜ਼ੀ ਫਾਰਵਰਡ ਕਰ ਦਿਓ ਝਟ ਸੈਂਡ ਹੋ ਜਾਂਦੀਆਂ। ਮੈਨੂੰ ਲੱਗਦਾ ਭਿੰਦਰ ਆਉਣ ਵਾਲਾ ਹੁਣ ਤੂੰ ਚੁੱਪ ਕਰਕੇ ਹਾਂ ਹਾਂ ਕਰੀ, ਬਾਕੀ ਸਾਰੀ ਗੱਲ ਸਾਡੇ ਛੱਡ ਦੇ। ਲੈ ਹੈ ਪੁੱਠੀ ਗੱਲ। ਜੇ ਮੈਂ ਚੁੱਪ ਕਰ ਗਿਆ ਹਾਂ ਹਾਂ ਕਿਤਨਾ ਕਰੂੰਗਾ? ਓਏ ਤੇਰੀ ਪ੍ਰੋਬਲਮ ਹੈ, ਤੂੰ ਜਾਣ। ਮੈਨੂੰ ਲੱਗਦਾ ਭਿੰਦਰ ਆ ਗਿਆ। ਉਹ ਭਿੰਦਰਾ ਕੱਲਾ ਹੀ ਤੁਰਿਆ ਆਉਂਦਾ, ਲੈ ਕੇ ਨਹੀਂ ਆਇਆ ਆਪਣੀ ਮੁਰਗੀ। ਉਹ ਯਾਦ ਆ ਗਿਆ, ਪਰ ਮੈਨੂੰ ਲੱਗਦਾ ਆਪਣੇ ਕਾਬੂ ਆਊਗਾ ਉਹ। ਕਿਉਂ? ਉਹ ਕਹਿੰਦਾ ਘਰ ਵਾਲੀ ਨੂੰ ਪੁੱਛਣਾ ਪਊ। ਪੂਰਾ ਰੰਨਾ ਮਰੀਦਾ ਬਾਈ। ਘਰ ਵਾਲੀ ਨੂੰ ਪੁੱਛਿਆ ਬਿਨਾ ਉਹ ਪਿਆਮਾ ਨਹੀਂ ਕਰਦਾ। ਉਹ ਇਲੈਕਸ਼ਨ ਕਿਉਂ ਟੱਟੂ ਲੜੂਗਾ? ਉਹ ਨਹੀਂ, ਇਹੋ ਜਿਹੇ ਕੰਮ ਦੇ ਵਿੱਚ ਘਰ ਵਾਲੇ ਵੀ ਪੂਰੀ ਸਪੋਰਟ ਕਰਦੀਆਂ। ਉਨੀ ਐਮਐਲਏ ਦੀ ਟੌਰ ਨਹੀਂ ਹੁੰਦੀ ਜਿੰਨੀ ਐਮਐਲਏ ਦੀ ਘਰ ਵਾਲੀ ਦੀ ਹੁੰਦੀ ਆ। ਬਾਕੀ ਤੂੰ ਦੇਖਦਾ ਜਾ, ਜੇ ਉਹਦੀ ਘਰ ਵਾਲੀ ਨਾ ਮੰਨੀ ਨਾ, ਆਪਾਂ ਨਿੰਦਰ ਨੂੰ ਪਹਿਲਾਂ ਘਰ ਵਾਲੀ ਨਾਲ ਲੜਾ ਦਿਆਂਗੇ। ਆਪਾਂ ਬੱਕਰੀ ਚਾੜਦਾ ਹੀ ਗੁੱਲਾਂ ਤੇ, ਪਰ ਕਾਟੋ ਖੇਡੂ ਫੁੱਲਾਂ ਤੇ। ਉਹ ਪੂਰਾ ਪਾਪੀ ਬੰਦਾ ਆ। ਆਪਦੀਆਂ ਪਾਰਟੀਆਂ ਖਾਤਰ ਅਗਲੇ ਦਾ ਕਰ ਦੂਗਾ। ਪਰ ਗੱਲ ਸੁਣ, ਉਹਨੂੰ ਟਿਕਟ ਮਿਲ ਜੂ ਕਿਸੇ ਪਾਰਟੀ ਦੀ? ਉਹ ਜੇ ਪਾਰਟੀ ਦੀ ਟਿਕਟ ਨਾ ਮਿਲੀ, ਆਪਾਂ ਇੰਡੀਆ ਦੀ ਟਿਕਟ ਕਟਾ ਦਿਆਂਗੇ। 4 ਦਿਨ ਹਰਿਦੁਆਰ ਦਾ ਆਉ, ਮਨ ਨੂੰ ਸ਼ਾਂਤੀ ਮਿਲੂ ਤੇ 2.5 ਲੱਖ ਦਾ ਸਰਾਧ ਹੋ ਜੂ। ਹਾਂ ਠੀਕ ਆ ਬਈ। ਹੱਦ ਹੋ ਗਈ ਯਾਰ ਸਾਲੀ। ਇਹ ਬਗਾਨਾ ਮੁਲਕ ਆ, ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਬੰਦੇ ਨਹੀਂ। ਓਏ ਸਾਡੀ ਮਿਹਨਤ ਸਦਕਾ ਚੱਲਦੀ ਹੈ ਕੰਟਰੀ, ਸਾਡੀ ਮਿਹਨਤ ਸਦਕਾ। ਓਏ ਹੋਰ ਕੀ ਨਹੀਂ। ਉਹ ਜਿੰਨਾ ਚਿਰ ਪੋਲੀਟੀਕਲੀ ਆਪਾਂ ਸਟਰੋਂਗ ਨਹੀਂ ਹੁੰਦੇ ਇੱਥੇ, ਉਹਨਾਂ ਚਿਰ ਆਪਣਾ ਕੁਝ ਨਹੀਂ ਬਣ ਸਕਦਾ ਇੱਥੇ। ਪਰ ਯਾਰ ਆਪਣੇ ਜਿਹੋ ਜਿਹਾ ਸਟਰੋਂਗ ਬੰਦਾ ਕਿਹੜਾ ਆ? ਆਪਾਂ ਨੂੰ ਤੇ ਪੋਲਿਟਿਕਸ ਦਾ ਊੜਾੜਾ ਵੀ ਨਹੀਂ ਆਉਂਦਾ। ਓਏ ਕੈਨੇਡਾ ਜੁੜਾਵਾ ਨਹੀਂ ਹੁੰਦਾ, ਇੱਥੇ ਹੁੰਦੀ ਐ ABC। ਤੂੰ ਬਹਿ ਜਾ, ਮੈਂ ਲਿਆ ਬਾਈ ਨੂੰ। ਉਹਨੂੰ ਪੋਲਿਟਿਕਸ ਦੀ ABC ਛੱਡ, ਐਕਸਲ ਜੈਡ ਆਉਂਦਾ, ਸਭ ਪਤਾ ਉਹਨੂੰ। ਅੱਛਾ, ਤੂੰ ਮੈਂ ਕਹਿੰਦਾ ਜੇ ਖੜ ਗਿਆ ਨਾ ਇੱਕ ਵਾਰੀ ਇਲੈਕਸ਼ਨ 'ਚ, ਧੂੜਾ ਭਰ ਦੂ ਧੂੜਾ। ਭਲਾ ਕੌਣ? ਇਹ ਆਪਣਾ ਨਿੰਦਰ ਘੋਲੀ ਆ। ਮੈਂ ਕਿਹਾ ਬਾਈ ਬੜੀ ਘੈਂਟ ਚੀਜ਼ ਆ। ਓਏ ਉਹ ਡਬਲ 4। ਓਏ ਛੱਡ ਯਾਰ, ਦਵਾਨੀ ਤਾਂ ਉਹ ਖਰਚ ਕੇ ਦੀ ਰਾਜੀ। ਨਾਲੇ ਘਰ ਵਾਲੇ ਤੋਂ ਐਂ ਡਰਦਾ ਜਿਵੇਂ ਕੁੱਤਾ ਇੱਟ ਤੋਂ ਡਰਦਾ ਹੁੰਦਾ। ਭਾਉ ਜਨਾਨੀਆਂ ਤੋਂ ਇੱਥੇ ਸਾਰੇ ਹੀ ਡਰਦੇ ਆ। ਅਸਾਂ ਬਲਜਿੰਦਰ ਤੇ ਕਬਾਲ ਮਾਲ ਦੇ। ਨਾਲੇ ਤੂੰ ਨਹੀਂ ਡਰਦਾ? ਮੰਨੋ ਭਾਵੇਂ ਨਾ ਮੰਨੋ, ਜਦੋਂ ਅਗਲੀ ਮੱਥੇ ਤੇ ਪਾ ਕੇ 5.5 ਚੂੜੀਆਂ ਸ਼ੀਕੇ ਦਾ ਪਹਾੜਾ ਪੜਦੀ ਆ ਨਾ, ਕਹਿੰਦਿਆਂ ਘਾਉਂਦਿਆਂ ਦਾ ਮੂੰਹ ਨਿਕਲ ਜਾਂਦਾ। ਪਰ ਆਪਣਾ ਭੁੰਨਿੰਦਰ ਤੋਂ ਇਹ ਨਹੀਂ ਡਰਦਾ ਜਨਾਨੀ ਕੋਲੋਂ। ਉਹ ਬਾਕੀ ਰਹੀ ਗੱਲ ਪੈਸੇ ਦੀ, 16 ਨੇ ਖਰਾ ਬੰਦਾ 16 ਨੇ।
ਉਹ 5 ਵਾਲੀ ਥਾਂ ਤੇ 50 ਲਾਉਂਦਾ। ਉਹ ਮੈਂ ਤਾਂ ਕਹਿੰਦਾ ਜੇ ਉਹਦੀ ਗਲੀ ਚੋਂ ਕੁੱਤਾ ਲੰਘੇ ਨਾ ਕੋਈ ਉਹਨੂੰ ਵੀ ਸੇਵਾ ਪਾਣੀ ਨੂੰ ਜਾਣ ਨਹੀਂ ਦਿੰਦਾ। ਉਹ ਬੰਦੇ ਤਾਂ ਗੱਲ ਛੱਡ ਯਾਰ। ਬਈ ਉਹ ਤਾਂ ਗੱਲ ਠੀਕ ਆ, ਪਰ ਕੈਨੇਡਾ ਦੇ ਵਿੱਚ ਇਲੈਕਸ਼ਨ ਲੜਦੇ ਕੋਈ ਖਾਲਾ ਜੀ ਦਾ ਬੜਾ ਨਹੀਂ ਯਾਰ। ਬੰਦੇ ਦਾ ਸੋਸ਼ਲ ਸਰਕਲ ਹੋਣਾ ਚਾਹੀਦਾ, ਰੈਪੂਟੇਸ਼ਨ ਹੋਣੀ ਚਾਹੀਦੀ ਆ, ਉਹਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦਿਆਂ ਦੀ ਸਮਝ ਹੋਣੀ ਚਾਹੀਦੀ ਆ। ਸਭ ਤੋਂ ਵੱਡੀ ਗੱਲ ਉਹਦੇ ਕੋਲੇ ਸਪੋਰਟਰਾਂ ਦੀ ਟੀਮ ਹੋਣੀ ਚਾਹੀਦੀ ਆ। ਉਹ ਤੇ ਗੱਲ ਬਰਾੜ ਸਾਹਿਬ ਠੀਕ ਆ, ਪਰ ਤੂੰ ਨਿੰਦਰ ਘੋਲੀਏ ਨੂੰ ਨਹੀਂ ਜਾਣਦਾ। ਉਹਦਾ ਸੋਸ਼ਲ ਸਰਕਲ ਘੱਗਰੀ ਦੇ ਨਾਲੇ ਤੋਂ ਵੱਡਾ ਆ ਇੱਥੇ ਕੰਪਾਊਂਡ 'ਚ ਖੜਾ ਹੋ ਕੇ ਆਵਾਜ਼ ਮਾਰੇ ਨਾ, ਆ ਟੈਕਸੀ ਲਿਮੂ ਵਾਲੇ ਸਾਰੇ ਡਰਾਈਵਰ ਇਕੱਠੇ ਹੋ ਜਾਂਦੇ ਆ। ਇਹ ਕੋਈ ਥੋੜੀ ਰੈਪੂਟੇਸ਼ਨ ਆ। ਉਹ ਬਾਕੀ ਰਹੀ ਗੱਲ ਇਲੈਕਸ਼ਨ ਮੁੱਦਿਆਂ ਦੀ, ਉਹ ਜਦੋਂ ਵਾਹ ਬੂ ਆਪੇ ਸਮਝੂ। ਬਥੇਰਾ ਦਿਮਾਗ ਆ ਉਸ ਕੋਲ। ਤਾਂ ਜਦੋਂ ਆਪਾਂ ਕੈਨੇਡਾ ਆਏ ਸੀ ਸਭ ਕੁਝ ਸਮਝੇ ਸਮਝਾਏ ਸੀ। ਇਸ ਤਰ੍ਹਾਂ ਹੀ ਸੀ ਬਈ। ਜਿੱਤਿਆ ਉਹਦਾ ਕੀ ਹੋਇਆ? ਆਪਣਾ ਬਾਈ ਆ ਨਾ ਕੋਲਾ ਬਰਾੜ, ਆਹੋ ਇਹਨੂੰ ਮੈਂ 에어ਪੋਰਟ ਤੋਂ ਲੈਣ ਗਿਆ ਜਦੋਂ ਪਹਿਲੀ ਵਾਰ ਕੈਨੇਡਾ ਆਇਆ। ਅੱਛਾ 에어ਪੋਰਟ ਤੇ ਇੱਕ 6 ਫੁੱਟ ਦੀ ਗੋਰੀ ਨੂੰ ਦੇਖ ਕੇ ਅੱਖਾਂ ਪਾੜ ਗਈਆਂ ਦੀਆਂ। ਅੱਛਾ ਕਹਿੰਦਾ ਉਹ ਜੇ ਇਹ ਜਨਾਨੀ ਹੈ ਆਪਣੇ ਘਰੇ ਬੈਠੀ ਕੀ ਹੈ ਓਏ? ਸਭ ਸਾਹਮਣੇ ਅੱਖਾਂ ਆਈਆਂ ਗੋਰੀਆਂ। ਉਹ ਜਦੋਂ ਵਾਹ ਪੈਂਦਾ ਉਹ ਬੰਦਾ ਆਪੇ ਰਾਹ ਲੱਭ ਲੈਂਦਾ। ਨਾਲੇ ਆਪਾਂ ਜੋ ਹੈਗੇ ਉਹਦੀ ਸਪੋਰਟ ਕਰਨ ਵਾਲੇ। ਬਈ ਉਹ ਤਾਂ ਗੱਲ ਠੀਕ ਆ, ਪਰ ਮੇਰੇ ਹਿਸਾਬ ਨਾਲ ਨਿੰਦਰ ਇਲੈਕਸ਼ਨਾਂ ਲੜਨ ਵਾਸਤੇ ਵੀ ਕੈਂਡੀਡੇਟ ਆ। ਮੇਰਾ ਖਿਆਲ ਉਹ ਨਹੀਂ ਇਲੈਕਸ਼ਨ ਲੜ ਸਕਦਾ। ਉਹ ਕਿਉਂ ਨਹੀਂ ਲੜ ਸਕਦਾ ਇਲੈਕਸ਼ਨ ਮੈਂ ਭਾਈ? ਉਹ ਕਿਹੜੇ ਪੱਖੋਂ ਮੈਂ ਵੀ ਕੈਂਡੀਡੇਟ ਹਾਂ? ਉਹ ਮੇਰਾ ਬਾਪੂ ਪੂਰੇ 13 ਸਾਲ ਪਿੰਡ ਦੀ ਸਰਪੰਚੀ ਲਈ ਲੜਦਾ ਰਿਹਾ। ਹਾਂ, ਉਹ ਵੱਖਰੀ ਗੱਲ ਹੈ ਕਿ ਉਹ ਜਿੱਤਿਆ ਨਹੀਂ। ਉਹ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਇਲੈਕਸ਼ਨ ਨਹੀਂ ਲੜ ਸਕਦਾ। ਉਹ ਛੋਟੇ ਵੀਰ ਤੂੰ ਤਾਂ ਐਵੇਂ ਗੁੱਸਾ ਕਰ ਗਿਆ ਬੈਠ ਲੈ। ਉਹ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਸੀ ਵੀ ਕੈਨੇਡਾ ਦੇ ਵਿੱਚ ਇਲੈਕਸ਼ਨ ਲੜਨੇ ਜਣੇ ਖਣੇ ਦਾ ਕੰਮ ਨਹੀਂ। ਉਹ ਕੀ ਗੱਲ ਕਰਦਾ ਤੂੰ? ਉਹ ਤੇਰੀ ਨਜ਼ਰ 'ਚ ਹੁਣ ਮੈਂ ਜਣਾ ਖਣਾ ਹੋ ਗਿਆ? ਉਹ ਦੱਸ ਕਿੰਨੇ ਲੱਗ ਜਾਣਗੇ? 25,000 50,000 ਉਹ ਲੱਖ 1.5 ਲੱਖ? ਉਹ 2.5 ਲੱਖ ਦੀ ਖੇਡ ਖੇਡ ਕੇ ਆਇਆ 2.5 ਲੱਖ ਦੀ। ਬਈ ਲੱਖ 1.5 ਲੱਖ ਦੀ ਗੱਲ ਕੀ ਆ? ਅਗਲੇ ਪੰਜਾਂ ਦੇ 50 ਕਰ ਲੈਂਦੇ ਐਮਐਲਏ ਬਣ ਕੇ। ਨਾਲੇ ਟੌਰ ਵੱਖਰੀ ਵੀ ਜੇ ਕਿਸੇ ਨੂੰ ਇੰਡੀਆ ਤੋਂ ਸੱਦਣਾ ਹੋਵੇ ਪਰਮਿਟ ਮਿਲਦੇ ਆ ਐਮਐਲਏ ਨੂੰ। ਉਹ ਲੋਕ ਖੜ ਖੜ ਸਲਾਮਾਂ ਮਾਰਦੇ ਆ। ਤੂੰ ਕਿਹੜਾ ਜੱਤਰਾਂ ਦੇ ਆਪਣੇ ਭਾਈ ਨਿੰਦਰ ਘੋਲੀਏ ਨੂੰ? ਮੈਂ ਕਿਹਾ ਲੋਕ ਗੱਲਾਂ ਕਰਿਆ ਕਰਨਗੇ ਬਈ ਉਹ ਜਾਂਦਾ ਨਿੰਦਰ ਘੋਲੀਆ ਐਮਐਲਏ। ਭਾਈ ਨਿੰਦਰ ਯਾਰ ਕੋਟ ਦੀ ਗੱਲ ਸਾਡੀ ਮੋਗਾ ਨਾਲ ਆਉਣ ਵਾਲੀ ਆ। ਕੋਈ ਇਸ਼ਾਰਾ ਕਰ, ਸਾਰਾ ਮੋਗਾ ਇਕੱਠਾ ਕਰ ਦੂੰ ਤੇਰੇ ਵਾਸਤੇ। ਸੁਣ ਯਾਰ ਝੂਠ ਦੀ ਤਾਂ ਕੋਈ ਗੱਲ ਨਹੀਂ। ਮੇਰੀ 150 ਵੋਟ ਪੱਕੀ ਆ ਬਿਲਕੁਲ। ਬਿਲਕੁਲ ਐ ਟੱਕੇ ਵਰਗੀ ਕੁੱਲਿਆ। ਤੂੰ ਦੱਸ ਬਈ ਕਿੰਨੀ ਵੋਟ ਦੀ ਮਾਰ ਮਾਰੇਗਾ ਜੇ ਆਪਾਂ ਇਹਨੂੰ ਭਾਊ ਨੂੰ ਖਿਲਾ ਦਈਏ ਇਲੈਕਸ਼ਨ 'ਚ? ਉਹ ਭਾਈ ਨਿੰਦਰਾ ਆਪਣਾ ਦੋਸਤ, ਤੇ ਦੋਸਤਾਂ ਦਾ ਕੰਮ ਹੁੰਦਾ ਸਹੀ ਰਾਏ ਦੇਣਾ, ਕਦੇ ਗਲਤ ਰਾਏ ਦੇਣਾ। ਭਾਈ ਲੱਖ 1.5 ਲੱਖ ਡਾਲਰ ਦੀ ਗੱਲ ਨਹੀਂ ਹੁੰਦੀ, ਗੱਲ ਰੈਪੂਟੇਸ਼ਨ ਦੀ ਹੁੰਦੀ ਆ। ਅਗਰ ਬੰਦਾ ਇਲੈਕਸ਼ਨ ਹਾਰ ਜਾਵੇ ਬੰਦੇ ਦੀ ਰੈਪੂਟੇਸ਼ਨ ਜਾਂਦੀ ਰਹਿੰਦੀ ਆ। ਪਰ ਆਪਾਂ ਵੋਟਾਂ ਵਾਲੇ ਵੱਟ ਕਰ ਦੇਗੇ ਵੱਟ, ਤੂੰ ਦੇਖਦਾ ਜਾ। ਪਰ ਉਹਦੇ ਲਈ ਆਪਾਂ ਨੂੰ ਪਲੈਨਿੰਗ ਕਰਨੀ ਪੈਣੀ ਆ, ਸਾਰਾ ਕੁਝ ਸੋਚਣਾ ਪੈਣਾ। ਖਾਸ ਬੰਦਿਆਂ ਦੀ ਮੀਟਿੰਗ ਕਰਨੀ ਪੈਣੀ ਆ। ਓਏ ਉਹਦਾ ਕੀ ਆ? ਉਹ ਆਪਾਂ ਹੁਣੇ ਕਰ ਲੈਨੇ ਆ। ਓਏ ਆਪਾਂ ਹੁਣੇ ਕਰ ਲੈਂਦੇ ਆ। ਇਹ ਵੀ ਮਖੌਲ ਆ ਯਾਰ, ਬੜਾ ਸੀਰੀਅਸ ਇਸ਼ੂ ਆ। ਅਗਰ ਭਾਨੀ ਮਾਰਨ ਵਾਲੇ ਨੂੰ ਪਤਾ ਲੱਗ ਗਿਆ ਤਾਂ ਦਹੀਂ ਜੰਮਣ ਤੋਂ ਪਹਿਲਾਂ ਲੱਸੀ ਕਰ ਦੇਣਗੇ। ਸੀਕ੍ਰੇਟ ਮੀਟਿੰਗ ਕਰਨੀ ਪੈਣੀ ਹੈ, ਸੀਕ੍ਰੇਟ। ਉਹ ਫਿਰ ਆਪਾਂ ਇਦਾਂ ਕਿਉਂ ਨਹੀਂ ਕਰਦੇ? ਅੱਜ ਸ਼ਾਮ ਨੂੰ ਮੇਰੇ ਘਰੇ ਆ ਜਾਓ, ਨਾਲੇ 2 ਪੈਗ ਲਾਵਾਂਗੇ, ਉਹ ਨਾਲੇ ਯਾਰ ਸਲਾਹ ਕਰ ਲਵਾਂਗੇ। ਓਏ ਯਾਰ ਸੁਣਿਆ ਤੇਰੀ ਘਰੇ ਦਾ ਸੁਭਾਅ ਕੋਈ ਗਰਮ ਆ, ਵੇਖੀ ਕਿਤੇ ਹੋਰ ਹੀ ਨਾ ਪੰਗਾ ਪਾ ਦੇ ਕੋਈ। ਨਹੀਂ ਯਾਰ, ਸਾਡੇ 'ਚ ਬਹੁਤ ਅੰਡਰਸਟੈਂਡਿੰਗ ਆ। ਉਹ ਘਰ ਮੈਂ ਨਹੀਂ ਬੋਲਦਾ ਤੇ ਬਾਹਰ ਉਹ ਨਹੀਂ ਬੋਲਦੀ। ਉਹ ਡੋਂਟ ਵਰੀ ਅਬਾਊਟ ਦੈਟ ਮੈਨ, ਕਮ ਟੂ ਮਾਈ ਹੋਮ ਅੱਜ ਸ਼ਾਮ ਨੂੰ। ਓਏ ਫੇਰ ਤਾਂ ਸਮਝੋ ਨਿੰਦਰ ਬਾਈ ਆਪਣਾ ਬਣ ਗਿਆ ਐਮਐਲਏ। ਨਿੰਦਰ ਐਮਐਲਏ ਜਿੰਦਾਬਾਦ, ਨਿੰਦਰ ਐਮਐਲਏ ਜਿੰਦਾਬਾਦ, ਨਿੰਦਰ ਐਮਐਲਏ ਜਿੰਦਾਬਾਦ, ਨਿੰਦਰ ਐਮਐਲਏ ਨਿੰਦਰ ਐਮਐਲਏ ਨਿੰਦਰ ਐਮਐਲਏ ਨਿੰਦਰ ਐਮਐਲਏ। ਲੀਡਰ ਬਣ ਜਾਇਆ ਸਲਾਮਾਂ ਹੋਣਗੀਆਂ।
ਉਹ ਮੈਂ ਬਣ ਗਿਆ ਐਮਐਲਏ ਤੇ ਬੋਝ ਲੋਕਾਂ ਨੇ ਪਾਤੀ ਉਹ ਫਿਰ ਜ਼ਿੰਦਗੀ ਮੈਂ ਆਪਣੀ ਉਹ ਲੋਕ ਸੇਵਾ ਤੇ ਲਾਤੀ ਉਹ ਮਨਜੀਤ ਕਰੇ ਉਹ ਫਿਰ ਜ਼ਿੰਦਗੀ ਮੈਂ ਆਪਣੀ ਉਹ ਲੋਕ ਸੇਵਾ ਤੇ ਲਾਤੀ ਉਹ ਮਨਜੀਤ ਕੋਲੇ ਕਿੱਥੇ ਆ ਤੂੰ ਆਈ ਉਹ ਬਾਹਰ ਨਿਕਲ ਕੇ ਥੋੜਾ ਬਹੁਤਾ ਦੁਨੀਆਦਾਰੀ ਦਾ ਵੀ ਖਿਆਲ ਕਰ ਲਿਆ ਕਰ ਸਾਰਾ ਦਿਨ ਅੰਦਰ ਬੜੀ ਰਹਿੰਦੀ ਆ ਨਾ ਕੀ ਹੋ ਗਿਆ ਤੇਰੀ ਦੁਨੀਆਦਾਰੀ ਨੂੰ ਹੁਣੇ ਤਾਂ ਚੰਗਾ ਭਲਾ ਕਰੋ ਗਿਆ ਸੀ ਉਹ ਦੁਨੀਆਦਾਰੀ ਮੇਰੀ ਨੂੰ ਕੁਝ ਨਹੀਂ ਹੋਇਆ ਆ ਮਸਾ ਹਫ਼ਤੇ ਬਾਅਦ ਵੀਕਐਂਡ ਆਉਂਦਾ ਉਹ ਥੋੜੀ ਬਹੁਤੀ ਐਕਸਾਈਟਮੈਂਟ ਤਾਂ ਹੋ ਹੀ ਜਾਂਦੀ ਆ ਕਿਉਂ ਐਕਟੀਵਿਟੀ ਤੇ ਕੰਮ ਨਹੀਂ ਕਰਨਾ ਲੋ ਆ ਕਰ ਲੋ ਕਿਉਂ ਨੂੰ ਪੜਨਾ ਉਹ ਜਦੋਂ ਪਹਿਲਾਂ ਮੈਂ ਜੌਬ ਕਰਦਾ ਹੁੰਦਾ ਸੀ ਰੋਜ਼ ਮੇਰੇ ਨਾਲ ਲੜਦੀ ਹੁੰਦੀ ਸੀ ਤਾਂ ਮੈਨੂੰ ਕਹਿੰਦੀ ਹੁੰਦੀ ਸੀ ਮੈਂ ਤੁਸੀਂ ਅੱਜ ਵੀਕਐਂਡ ਆਫ ਨਹੀਂ ਕਰਨਾ ਹੁਣ ਜਦੋਂ ਮੈਂ ਟੈਕਸੀ ਚਲਾਉਣ ਲੱਗ ਪਿਆ ਤਾਂ ਹੁਣ ਕਹਿੰਦੀ ਆ ਕਿ ਤੁਸੀਂ ਕੰਮ ਤੇ ਨਹੀਂ ਜਾਣਾ ਤੈਨੂੰ ਕੋਈ ਚੈਨ ਵੀ ਹੈ ਕਿ ਨਹੀਂ ਨਾ ਚੈਨ ਨੂੰ ਮੈਨੂੰ ਕੀ ਹੋਇਆ ਪਰ ਉਹ ਗਿਲ ਦੀ ਵਾਈਫ ਦੱਸਦੀ ਸੀ ਕਿ ਵੀਕਐਂਡ ਤੇ ਟੈਕਸੀਆਂ ਵਾਲਿਆਂ ਨੂੰ ਸਾਰਿਆਂ ਦਿਨਾਂ ਨਾਲੋਂ ਵੱਧ ਕਮਾਈ ਹੁੰਦੀ ਆ ਗਿੱਲ ਉਹ ਕਿਹੜਾ ਗਿੱਲ ਉਹ ਅੱਛਾ ਉਹ 411 ਵਾਲਾ ਨਹੀਂ ਜੀ 420 ਵਾਲਾ ਅੱਛਾ ਉਹ 420 ਵਾਲਾ ਆਹੋ ਤੁਹਾਡੇ 420 ਵਾਲੇ ਦੀ ਗੱਲ ਕਰਦੀ ਆ ਇਹ ਟੈਕਸੀਆਂ ਵਾਲੇ ਵੀ ਨਾ ਬਸ ਬੰਦੇ ਦਾ ਨਾਂ ਛੱਡਿਆ ਦੋਸਤ ਛੱਡਿਆ ਪਿੰਡ ਛੱਡਿਆ ਬੰਦੇ ਦੀ ਪਛਾਣ ਕਰਕੇ ਉਹ ਵੀ ਨੰਬਰਾਂ 'ਚ ਉਹ ਭਗਵਾਨ ਨੇ ਉਹ ਹਰੇਕ ਬਿਜ਼ਨਸ ਵਿੱਚ ਬੰਦੇ ਦੀ ਪਛਾਣ ਆਪਣੇ ਆਪਣੇ ਢੰਗ ਨਾਲ ਹੁੰਦੀ ਆ ਆ ਕੀ ਤੂੰ ਰੋਜ਼ ਮਸਾਂ ਦੀ ਦਾ ਲੈ ਕੇ ਬੈਠੀ ਪਰਾ ਰੱਖੇ ਨੂੰ ਇੰਨਾ ਕਰ ਅਚਾਰ ਚ ਫਿੰਗਾ ਰੱਖੋ ਬੰਦੇ ਵਿੱਚ ਕਿੰਗਾ ਓਵਨ 'ਚ ਵਾਹੋ ਉਹ ਕੀ ਤੂੰ ਲਾਲ ਜਿਹਾ ਰੰਗ ਲਾ ਕੇ ਕਰਦੀ ਹੁੰਦੀ ਆ ਕੀ ਕਹਿੰਦੇ ਉਹਨਾਂ ਨੂੰ ਉਹ ਵਿੰਗਸ ਫਿਰ ਤੁਸੀਂ ਚਿਕਨ ਵਿੰਗਸ ਕਹੋ ਨਾ ਨਹੀਂ ਫਿਰ ਤੁਸੀਂ ਚਿਕਨ ਵਿੰਗ ਕਹੋ ਨਾ ਹੋਰ ਆਪਣੇ ਘਰ ਹਾਥੀ ਦੇ ਵਿੰਗ ਮਿਲਦੇ ਆ ਨਾ ਕਿਸੇ ਨੂੰ ਘਰ ਬੁਲਾਇਆ ਉਹ ਆਹੋ ਮੈਂ ਆਪਣੇ ਬੇਲੀਏ ਨੂੰ ਬੁਲਾਇਆ ਸੀ ਕੀ ਵੇਲੀ ਸੱਦਿਆ ਨਾ ਤੁਸੀਂ ਵੀ ਹੱਦ ਕਰਦੇ ਹੋ ਆ 5 ਦਿਨ ਤੱਕ ਅੱਧੇ ਟੁੱਟਣ ਵਾਲੀ ਦਾ ਇੱਕ ਵੀਕਐਂਡ ਆਉਂਦਾ ਮਾੜਾ ਮੋਟਾ ਆਰਾਮ ਕਰ ਉਸਤੇ ਵੀ ਵੇਲੀਆਂ ਨੂੰ ਸੱਦਾ ਦੇ ਆਇਆ ਆਪਾਂ ਨੂੰ ਨਹੀਂ ਮਰੀਦਾ 12 ਵਜੇ ਤੱਕ ਖਿਚਾਈ ਲੋ ਇਹਨੇ ਤਾਂ ਸੇਵਾ ਕਰਤੀ ਆਉਣ ਵਾਲਿਆਂ ਦੀ ਉਹ ਮੈਂ ਬੇਲੀਆਂ ਨੂੰ ਖਾਣ ਪੀਣ ਵਾਸਤੇ ਨਹੀਂ ਬੁਲਾਇਆ ਉਹ ਗੱਲ ਕਰਨੀ ਹੈ ਉਹਨਾਂ ਨਾਲ ਸਲਾਹ ਲੈਣੀ ਹੈ ਉਹਨਾਂ ਕੋਲੋਂ ਇੱਕ ਆਹੋ ਹੁਣ ਤਾਂ ਸਲਾਹ ਵੀ ਉਹਨਾਂ ਤੇ ਲੈਣੀ ਆ ਘਰ ਤਾਂ ਕੋਈ ਹੈ ਹੀ ਨਹੀਂ ਸਲਾਹ ਦੇਣ ਵਾਲਾ ਸਾਰਾ ਦਿਨ ਉਹਨਾਂ ਨਾਲ ਤੁਰਿਆ ਫਿਰਦਾ ਤੇ ਸਲਾਹ ਕਰਨੀ ਆ ਉਹ ਵੀ ਆਖਣੇ ਉਹਨਾਂ ਨੂੰ ਘਰ ਸੱਦ ਕੇ ਵੀਰ ਦਾ ਬਹਾਨਾ ਹੋਣਾ ਇਹ ਜਿਹੀ ਕਿਹੜੀ ਸਲਾਹ ਕਰਨੀ ਆ ਨਾ ਹੁਣ ਤੂੰ ਪੁਰਾਣੀ ਕਾਰਵਾਨ ਮੁੜ ਕੇ ਜਾਵੇਂਗੀ ਮਨਜੀਤ ਕੋਲੇ ਆ ਮੂੰਹ ਤੋਂ ਤਿਉੜੀਆਂ ਨੂੰ ਠੀਕ ਕਰ ਆ ਮੇਰੀ ਗੱਲ ਸੁਣ ਯਾਰ ਧਿਆਨ ਨਾਲ ਉਹ ਮੈਂ ਸੋਚਦਾ ਯਾਰ ਕੀ ਐਮਐਲਏ ਲਈ ਖੜ ਜਾਈਏ ਐਮਐਲਏ ਆਹ ਤਾਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਵੀ ਨਾ ਕਦੇ ਬਹੁਤਾ ਬੋਲ ਜਾਂਦੀ ਹਾਂ ਕਹਿੰਦੇ ਸੀਗੇ ਕੁਝ ਵਿੰਗਸ ਤਾਂ ਮੋਮੈਂਟ ਲਾ ਇਹ ਵੀ ਕੋਈ ਗੱਲ ਹੋਈ ਮੈਂ ਸਾਰਾ ਡੱਬਾ ਹੀ ਰੱਖ ਦਿੰਦੀ ਆ ਪਰ ਮੈਂ ਤਾਂ ਸੁਣਿਆ ਸੀ ਕਿ ਵੋਟਾਂ 'ਚ ਖੜਨ ਲਈ ਰੀਅਲ estate ਦਾ ਏਜੰਟ ਹੋਣਾ ਪੈਂਦਾ ਚਲੋ ਆਪਾਂ ਨੂੰ ਕੀ ਜਿਹਨੇ ਵੀ ਸਲਾਹ ਦਿੱਤੀ ਚੰਗੀ ਸਲਾਹ ਹੀ ਦਿੱਤੀ ਆ ਉਹ ਇਹੋ ਜੀ ਚੰਗੀ ਸਲਾਹ ਇੱਥੇ ਕੋਈ ਨਹੀਂ ਦਿੰਦਾ ਉਹ ਮੈਂ ਆਪ ਹੀ ਸੋਚਿਆ ਉਹ ਕੀ ਆਪਣਾ ਨਾਂ ਟੋਨੀ ਖੜਨਾ ਹੁੰਦਾ ਨਾ ਇਲੈਕਸ਼ਨਾਂ 'ਚ ਹੁਣ ਇਸ ਵਾਰ ਨਹੀਂ ਖੜਨਾ ਉਹ ਇਸ ਤੋਂ ਪਹਿਲਾਂ ਆ ਬਟੇਰਾ ਕਿਸੇ ਹੋਰ ਦੇ ਪੈਰ ਦੇ ਥੱਲੇ ਆਵੇ ਉਹ ਆਪਾਂ ਹੀ ਖੜ ਲੈਂਦੇ ਆ Mom, ਮੈਂ ਚੱਲੀ ਆ I'll be back at 10 ਨਾ ਪੁੱਤਰ ਜੀ ਕਿੱਥੇ ਚਲੇ ਆਪਾਂ Dad, ਤੁਹਾਨੂੰ ਦੱਸਿਆ ਸੀ ਕਿ ਮੈਂ ਆਪਣੇ ਫਰੈਂਡ ਦੇ ਘਰੇ ਚੱਲੀ ਆ ਯਾ ਆਈ ਨੋ ਉਹ ਪੁੱਤਰ ਅੱਜ ਤੂੰ ਘਰ ਨਹੀਂ ਰਹਿ ਸਕਦੀ Dad, ਦੀਪੀ ਪੁੱਤ ਮੇਰੀ ਗੱਲ ਸੁਣ Mom, ਧੀਰਾ ਬੈਠ ਤੈਨੂੰ ਮੈਂ ਗੱਲ ਦੱਸਾਂ ਅੱਜ ਤੇਰੇ ਡੈਡੀ ਨੇ ਕੁਝ ਫਰੈਂਡ ਘਰ ਸੱਦੇ ਆ ਮੈਨੂੰ ਤੇਰੀ ਹੈਲਪ ਦੀ ਲੋੜ ਸੀ ਬੇਟੇ ਮੇਰਾ ਡੈਡੀ ਨਾ ਐਮਐਲਏ ਬਣ ਲੱਗਿਆ ਐਮਐਲਏ ਤੇ ਮੈਂ ਕੌਣ ਹੋਈ ਐਮਐਲਏ ਦੀ ਬੈਠ MLA? ਉਹ ਟਰਾਈ ਕਰਨ 'ਚ ਕੀ ਹਰਜ ਹੈ ਨਥਿੰਗ ਰੋਂਗ ਵਿਦ ਟਰਾਈਂਗ Yeah, Dad, but ਰੋਲਾ ਪਾਇਆ ਅਸੀਂ ਆ ਮੇਰਾ What's up, DP? Rod, listen to this. Dad wants to run for MLA. What? You? MLA? Are you crazy? You can't be serious. ਉਹ ਇਹਦੇ ਵਿੱਚ ਸੀਰੀਅਸ ਹੋਣ ਵਾਲੀ ਕਿਹੜੀ ਗੱਲ ਹੋਈ ਉਹ
ਲੱਗ ਗਿਆ ਤਾਂ ਤੀ ਫਿਰ ਤਾਂ ਤੁੱਕਾ ਸਹੀ Mom, Steve Tukka only works in India. ਉਹ ਰਹਿਣ ਦੇ ਹੁਣ ਤਾਂ ਇੱਥੇ ਦੀ ਪੋਲਿਟਿਕਸ ਆ ਗਈ ਇੰਡੀਆ ਦਾ ਹੀ ਹਾਲ ਹੋ ਗਿਆ ਆਹੋ ਆਹੀ ਆਪਣਾ ਸੋਹਣ ਸਿਆ ਇਸ ਦੀ ਸਾਰੀ ਉਮਰ ਲੰਘ ਗਈ ਗੁਰਦੁਆਰਿਆਂ ਤੇ ਮੰਦਰਾਂ ਨੂੰ ਗਾਲਾਂ ਕੱਢਦੇ ਸੀ ਹੁਣ ਵੋਟਾਂ ਖਾਤਰ ਕਦੇ ਲੰਗਰ ਕਰਵਾਉਂਦਾ ਕਦੇ ਜਗਰਾਤੇ ਪੁੱਤਰਾ ਵੋਟਾਂ ਖਾਤਰ ਇਹ ਦੁਨੀਆ ਗਿਰਗਟ ਵਾਂਗੂ ਰੰਗ ਬਦਲਦੀ ਹੈ ਗਿਰਗਟ ਵਾਂਗੂ ਪਰ ਪੱਗ ਬੰਨੀ ਤਾਂ ਤੁਹਾਡੇ ਡੈਡੀ ਦੇ ਵੀ ਬਥੇਰੇ ਸੋਹਣੇ ਲੱਗੂ ਆਹੋ ਭਾਈ ਮਨਜੀਤ ਕੋਰੇ ਆਪਣੇ ਕਲਚਰ ਵਿੱਚ ਰਹਿਣਾ ਤੇ ਉਹਨੂੰ ਧਾਰਨ ਕਰਨਾ ਕੋਈ ਮਾੜੀ ਗੱਲ ਨਹੀਂ ਭਾਈ। ਇੱਕ ਸਮਾਂ ਹੁੰਦਾ ਸੀ ਜਦੋਂ ਦਾੜੀ ਪੱਗ ਵਾਲੇ ਬੰਦੇ ਤੇ ਪੰਜਾਬੀ ਸੂਟ ਵਾਲੀ ਔਰਤ ਨੂੰ ਘਰੋਂ ਨਿਕਲਣਾ ਬਹੁਤ ਔਖਾ ਹੁੰਦਾ ਸੀ ਤੇ ਹੁਣ ਦੇਖ ਲਓ ਆ ਦਾੜੀ ਪੱਗ ਵਾਲੇ ਬੰਦੇ ਹਰੇਕ ਖੇਤਰ 'ਚ ਦੇਖਣ ਨੂੰ ਮਿਲ ਜਾਂਦੇ ਆ ਭਾਈ। Dada ji, do you even know what we're talking about? ਆਹੋ ਪੁੱਤ ਤੇਰਾ ਡੈਡ ਪੱਗ ਬੰਨਣ ਦੀ ਸੋਚ ਰਿਹਾ। Oh, Dada ji. Daddy, MLA ਕਰਨ ਬਾਰੇ ਸੋਚਦੇ ਸੀ। ਅੱਛਾ ਓਏ ਨਿੰਦਰ ਪੁੱਤ ਪੱਗ ਬੰਨਣੀ ਐ ਤਾਂ ਜੀ ਸੱਦ ਕੇ ਬੰਨ ਪਰ ਇਹਨੂੰ ਵੋਟਾਂ ਲੈਣ ਦੀ ਖਾਤਰ ਨਾ ਬੰਨ। ਉਹ ਬਾਕੀ ਨਿੰਦਰ ਸਿਆ ਤੇਰਾ ਦਿਮਾਗ ਦਮੂਗ ਤਾਂ ਠੀਕ ਹੈ ਭਾਈ। ਉਹ ਕਿਤੇ ਅੱਜ ਕੱਲ ਚ ਕੋਈ ਬਲੱਡ ਤਾਂ ਨਹੀਂ ਦਿੱਤਾ ਲਿਆ। Dada ji, what does giving a kick in the butt have to do with getting votes? ਓਏ ਆ ਪੁੱਤ ਜਦੋਂ ਵੋਟਾਂ ਹੁੰਦੀਆਂ ਨੇ ਨਾ ਕਈ ਲੀਡਰ ਲੋਕਾਂ ਵਿੱਚ ਚੰਗਾ ਬਣਨ ਨੂੰ ਆਪਣਾ ਬਲੱਡ ਦਾਨ ਕਰਦੇ ਆ ਤੇ ਜੇ ਉਹੀ ਖੂਨ ਕਿਸੇ ਸਧਾਰਨ ਬੰਦੇ ਨੂੰ ਲੱਗ ਜੇ ਨਾ ਉਹਦੀਆਂ ਆਦਤਾਂ ਬਦਲ ਜਾਂਦੀਆਂ ਕੋਈ ਨਿੰਦਰ ਸਿਆ ਤੇ ਇਹੋ ਜਿਹੀ ਗੱਲ ਤਾਂ ਨਹੀਂ ਕੋਈ। ਡੈਡੀ ਜੀ ਇਹ ਲੀਡਰ ਤਾਂ ਲੋਕਾਂ ਦਾ ਖੂਨ ਚੂਸਣਾ ਹੀ ਜਾਣਦੇ ਆ ਦੇਣਾ ਇਹਨਾਂ ਨੇ ਕਿੱਥੇ ਆ ਕਦੇ ਕਿਸੇ ਲੀਡਰ ਨੇ ਕਿਸੇ ਵਰਕਰ ਦੀ ਪੇ ਵਧਾਉਣ ਲਈ ਮੀਟਿੰਗ ਕੀਤੀ ਆ ਹਾਂ ਆਪਣੀ ਤਨਖਾਹਾਂ ਵਧਾਉਣ ਲਈ ਬਥੇਰਾ ਰੌਲਾ ਪਾ ਲੈਂਦੇ ਆ ਆ ਤੇਰੀ ਤਨਖਾਹ ਦੀ ਗੱਲ ਤੋਂ ਯਾਦ ਆਇਆ ਕਹਿੰਦੇ ਬੰਦਾ ਜੇ 2 ਵਾਰੀ ਐਮਐਲਏ ਬਣ ਜਵੇ ਨਾ ਤਾਂ ਉਹਦੀ 70000 ਪੈਨਸ਼ਨ ਲੱਗ ਜਾਂਦੀ ਹਜ਼ਾਰ ਦੀ ਸਾਲ ਦੀ 70000 70000 ਇਹ ਤਾਂ ਬਹੁਤ ਆ ਉਹ ਮੈਂ ਐਵੇਂ ਤਾਂ ਨਹੀਂ ਪੰਗੇ ਲੈ ਲੱਗਾ ਉਹ ਮੈਂ ਤਾਂ ਜਮਾ ਘਟਾਉ ਉਂਗਲੀਆਂ ਤੇ ਕੀਤਾ ਉਂਗਲੀਆਂ ਤੇ ਬਸ ਇੱਕ ਵਾਰੀ ਐਮਐਲਏ ਬਣ ਜਾਵਾਂ ਉਹ ਸਾਰੇ ਟੱਬਰ ਦੇ ਬਾਰੇ ਨਿਆਰੇ ਕਰ ਦਊਂ ਉਹ ਜਵਾਕਾਂ ਦੀ ਸਕੂਲ 'ਚ ਵੱਖਰੀ ਟੌਰ ਤੇ ਮੇਰੀ ਬੱਲੇ ਬੱਲੇ Dad, the $70,000 pension is for MPs, not for MLA. ਉਹ 70000 ਨਾ ਸਹੀ ਉਹ 40-50 ਦਾ ਵੱਟ ਦੇ ਪਿਆ ਉਹ ਤਾਂ ਮਿਲੂ ਹੀ ਮਿਲੂ ਉਹ ਵੀ ਡੈਡ ਤਾਂ ਹੀ ਮਿਲੂ ਜੇ ਤੁਸੀਂ MLA ਬਣ ਕੇ ਨਾ ਕੁੜੀਏ ਆ ਤੂੰ ਤਾਂ ਐਵੇਂ ਢੈਂਦੀ ਕਰਨ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਉਹ ਪੋਜ਼ਿਟਿਵ ਸੋਚੀਦਾ ਪੋਜ਼ਿਟਿਵ Dad, ਤੁਸੀਂ ਸੱਚੀ ਸੋਚਦੇ ਆ ਇਲੈਕਸ਼ਨ ਕਰਨ ਬਾਰੇ? ਤੇਰੇ ਸੋਚਿਆ ਕੀ ਸਮਝ ਪੜ ਗਿਆ ਆਪਣੇ ਲੋਕਾਂ ਨੇ ਆਪਣਾ ਬੰਦਾ ਵੇਖ ਠਾਠਾ ਮੋਰਾ ਲਾ ਦੇਣੀ ਆ ਜਾ ਹੁਣ ਤੂੰ ਮੇਰਾ ਰਾਜਾ ਪੁੱਤ ਬਣ ਕੇ ਅੰਦਰੋਂ ਕੈਮਰਾ ਚੁੱਕ ਲਿਆ ਤੇ ਆਪਣੇ ਡੈਡੀ ਦੀ ਇੱਕ ਫੈਮਿਲੀ ਫੋਟੋ ਕਰ ਲਾ ਜਾ ਨਾਲੇ ਸ਼ੀਸ਼ਾ ਚੁੱਕ ਲਿਆ ਮੈਂ ਆਪਣੀ ਮੂੰਹ ਠੀਕ ਕਰ ਲਾ ਜਾ ਹਰੇ ਜਾ ਹੁਣ ਤਾਂ ਚੁੱਕ ਵੀ ਲਿਆਉਣਾ ਸੀ Mom, ਤੈਨੂੰ ਵੀ ਕੈਟਰੀਨਾ ਕੈਫ ਵਾਂਗਰ ਜੋ ਵੀ ਕਹਿੰਦੇ ਤਿਆਰ ਹੋ ਕੇ ਫੋਟੋ ਖਿਚਾਉਂਦੀ ਲੱਗੀ ਰਹਿੰਦੀ ਆ ਜਿਹੜੀ ਡਾਂ ਨਾਲ ਗੱਲ ਕਰਦੇ ਸੀ ਉਹ ਤਾਂ ਕਰ ਲੈਂਦੇ ਹੋ Dad, to become an MLA, a person has to have knowledge. Not anyone can just become one. ਓਏ ਨਾਲੇ ਨਿੰਦਰ ਪੁੱਤਰ ਐਮਐਲਏ ਸਿਰਫ ਲੀਡਰੀ ਲਈ ਨਹੀਂ ਬਣਦਾ ਤੁਹਾਡਾ ਕੋਈ ਵਿਜ਼ਨ ਹੋਣਾ ਚਾਹੀਦਾ ਤੁਹਾਡਾ ਕੋਈ ਪਰਪਸ ਹੋਣਾ ਚਾਹੀਦਾ। Dada ji, Daddy ਨੇ ਤਾਂ purpose ਦੱਸ ਤਾਂ ਦਿੱਤਾ ਕਿ ਪੈਨਸ਼ਨ ਲੈਣੀ ਆ ਜੇ ਡੈਡੀ ਡਿਸਾਈਡ ਕਰ ਲਿਆ let's help him out ਹਾਂ ਗੁੱਡ ਆ ਕੁੜੀ ਦੀ ਗੱਲ ਸੁਣੋ come let's go get some paper we'll ask her a question come Oh my God. ਉਹ ਰਾਜ ਆ ਘੰਟੀ ਵੱਜਿਆ ਪੁੱਤ ਬੂਹੇ ਤੇ ਦੇਖ ਕੌਣ ਹੈ। ਮੈਨੂੰ ਲੱਗਦਾ ਆ ਗਏ ਤੁਹਾਡੇ ਫਰੈਂਡ ਆ ਕਰੋ ਸਫਾਈ ਥੋੜੀ ਜੀ ਸਾਰਾ ਦਿਨ ਮੈਂ ਸਫਾਈ ਕਰਦੀ ਰਹਿੰਦੀ ਆ 2 ਮਿੰਟਾਂ ਦੀ ਗੱਲ ਪਾ ਦਿੰਦੇ ਆ ਉਹ ਦੇਖ ਕੌਣ ਹੈ ਠੀਕ ਤਾਂ Hello ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੁੰਡਿਓ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਮੁੰਡਿਓ ਸਤਿ ਸ਼੍ਰੀ ਸਤਿ ਸ੍ਰੀ ਅਕਾਲ 420 ਕੀ ਆਚਾਰ ਬੈਠੋ ਜੀ ਬੈਠੋ ਭਾਈ ਬੈਠੋ। ਹੋਰ ਸੁਣਾਓ ਪਰਿਵਾਰ ਦਾ ਕੀ ਹਾਲ ਵਾਲ ਆ ਠੀਕ ਆ ਅੰਕਲ ਜੀ ਤੇ ਮੁੰਡਿਓ ਕੰਮ ਧੰਦਾ ਅੱਜ ਕੱਲ ਕਿਵੇਂ ਚੱਲਦਾ। ਕੰਮ ਅੰਕਲ ਜੀ ਲੌਂਗ ਵੀਕਐਂਡ ਸੀ ਅਮਰੀਕਾ ਦਾ ਥੋੜਾ ਜਿਹਾ ਢਿੱਲਾ ਹੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਸਤਿ ਸ਼੍ਰੀ ਅਕਾਲ ਹਾਂਜੀ ਬੱਚਿਓ ਕੀ ਹੋ ਰਿਹਾ ਫਿਰ
ਡੈਡੀ ਨੂੰ ਇਲੈਕਸ਼ਨ ਵਾਸਤੇ ਤਿਆਰ ਕਰਾਉਂਦੇ ਆਪਾਂ। ਕੀ ਬਾਤ ਆ, ਹੋ Okay, ਜਾਊਗਾ ਸ਼ੁਰੂ। let's start. चल डैडी ने क्वेश्चन आंसर वास्ते तैयार करिए। ਓਏ ਚਲੋ ਬਈ, ਫਿਰ ਆਪਣੇ ਨਿੰਦਰ ਸਿੰਘ ਨੂੰ ਬਣਾਈਏ ਐਮਐਲਏ। Okay, Dad. Question number 1. Where does your party stand on the issue of healthcare? ਓਏ ਦੀਪੀ ਪੁੱਤ ਪਹਿਲਾਂ ਇਹਨੂੰ ਇੱਕ ਜਣਾ ਪੰਜਾਬੀ ਚ ਦੱਸੋ। ਆਪਣੇ ਕੋਲ ਐਮਐਲਏ ਸਾਹਿਬ ਦਾ ਅੰਗਰੇਜ਼ੀ ਚ ਕੁਝ ਹੱਥ ਤੰਗ ਹੀ ਆ, ਕਿਉਂਕਿ ਅੰਗਰੇਜ਼ੀ ਦੇ ਪੀੜ੍ਹੀ ਦਾ ਸਹਿਜਾ ਤੇ ਸਕੂਲ ਹੀ ਨਹੀਂ ਸੀ ਪੜ੍ਹਦੇ। ਨਾ ਬਾਪੂ ਤੂੰ ਤਾਂ ਐਵੇਂ ਮਗਰ ਪੈ ਜਾਂਦਾ। ਉਹ ਕੁੜੀ ਥੋੜਾ ਜਿਹਾ ਹੌਲੀ ਬੋਲਦੀ ਤਾਂ ਮੈਨੂੰ ਸਾਰੀ ਸਮਝ ਲੱਗ ਜਾਣੀ। Okay, Dad. ਦੀਪੀ ਪੁੱਛਦੀ ਆ ਪੁੱਤਰ ਜੀ ਪੰਜਾਬੀ ਮੈਨੂੰ ਆਉਂਦੀ ਹੈ। Okay, DP, let me just explain to him for the last time. Okay, Dad. DP ਪੁੱਛਦੀ ਆ ਤੁਹਾਡੇ ਹਲਕੇ ਬਾਰੇ ਕੀ ਪੋਜੀਸ਼ਨ ਆ? ਉਹ ਹੈਲਥ ਕੇਅਰ ਦਾ ਤਾਂ ਸਿਸਟਮ ਦਿਨੋਂ ਦਿਨ ਖਰਾਬ ਹੀ ਹੋ ਜਾਂਦਾ। ਆ ਜਿੱਥੋਂ ਤੱਕ ਮੈਨੂੰ ਪਤਾ ਪਹਿਲੋਂ 25 ਡਾਲਰ ਹੁੰਦੇ ਸੀ, ਫਿਰ ਇਹਨਾਂ ਨੇ ਇਨਕਮ ਦੇ ਹਿਸਾਬ ਨਾਲ ਕਰਤਾ। ਜਿੰਨੀ ਜ਼ਿਆਦਾ ਇਨਕਮ ਉਨੇ ਜ਼ਿਆਦਾ ਪੈਸੇ। ਉੱਪਰ ਆਪਾਂ ਨੂੰ ਕੀ ਆ, ਆਪਾਂ ਤਾਂ ਟੈਕਸੀ ਚਲਾਉਂਦੇ ਆ, ਆਪਾਂ ਤਾਂ ਇਨਕਮ ਟੈਕਸ ਕਦੀ ਸ਼ੋਅ ਹੀ ਨਹੀਂ ਕੀਤਾ। ਉਹ ਸਾਨੂੰ ਤਾਂ ਸਭ ਕੁਝ ਮਾਫ ਆ। ਨਿੰਦਰ ਸਿਆ, ਇਹ ਤੇਰੀ ਹੈਲਥ ਕੇਅਰ ਦੀ ਗੱਲ ਨਹੀਂ ਕਰਦੇ, ਇਹ ਹੈਲਥ ਕੇਅਰ ਦੀ ਪਾਲਿਸੀ ਦੀ ਗੱਲ ਕਰਦੇ ਆ। ਅੱਛਾ, ਤਾਂ ਹੁਣ ਤੈਨੂੰ ਵੀ ਸਮਝ ਆ ਗਈ। ਨਿੰਦਰ ਸਿੰਘ, ਤੂੰ ਰਿਹਾ ਨਾ ਨਿੰਦਰ ਸਿੰਘ, ਨਿੰਦਰ ਸਿੰਘ ਉਹ ਜੇ ਲੀਡਰ ਬਣਨੀ ਲੱਗਿਆ ਗੱਲ ਗੋਲ ਗੋਲ ਕਰਦੀ ਸੀ। ਉਹ ਆਏ ਨਹੀਂ ਕਹੀਦਾ ਵੀ ਹੈਲਥ ਕੇਅਰ ਜ਼ਿਆਦਾ ਹੋ ਗਿਆ ਸੀ, ਉਹ ਆਏ ਕਹੀਦਾ ਵੀ ਹੈਲਥ ਕੇਅਰ ਦੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਸਾਡੀ ਹੁਣ ਪਾਰਟੀ ਆਪਣੀ ਪਾਲਿਸੀ ਰਿਫਾਰਮ ਕਰ ਰਹੀ ਆ। ਉਹ ਗੱਲ ਕਦੇ ਵੀ ਕਲੀਅਰ ਨਹੀਂ ਕਰੀਦੀ। Okay, Dad. Question number 2. ਤੁਸੀਂ ਇਹ ਪਾਰਟੀ ਕਿਉਂ ਚੂਜ਼ ਕੀਤੀ ਆ? ਉਹ ਪੁੱਤਰਾ, ਇਹ ਤਾਂ ਕੰਮ ਹੀ ਬੜਾ ਸੌਖਾ ਆ। ਉਹ ਚੂਜ਼ ਕਰਨ ਨੂੰ ਕੀ, ਅਸੀਂ ਤਾਂ ਹਵਾ ਦਾ ਰੁੱਖ ਦੇਖੀਦਾ। ਉਹ ਜਿੱਧਰ ਪੱਲਾ ਭਾਰੀ ਅਸੀਂ ਉਧਰ ਹੀ ਛਾਲ ਮਾਰੀ। ਉਹ ਲਿਬਰਲ ਹੋਵੇ ਚਾਹੇ ਹੋਵੇ ਕੰਜ਼ਰਵੇਟਿਵ, ਉਹ ਸਾਨੂੰ ਕੀ ਫਰਕ ਪੈਂਦਾ। ਅਸੀਂ ਤਾਂ ਐਮਐਲਏ ਬਣਨਾ, ਐਮਐਲਏ। ਉਹ ਹੁਣ ਆਇਆ ਨਾ ਸਾਡਾ ਐਮਐਲਏ ਸਾਹਿਬ ਲੀਡਰ ਵਾਲੀਆਂ ਨੀਤੀਆਂ ਤੇ। Dad, wait a second. It's not conservative. It's conservative. Conservative. ਓਏ ਦੀਪੀ ਪੁੱਤ ਰਹਿਣ ਦੇ ਤੂੰ ਫੁੱਕਾ ਜਿਹਾ ਮਰਵਾਉਣ ਨੂੰ, ਐਵੇਂ ਜੀਭ ਤੇ ਦੰਦੀ ਵਡਵਾਈ। Okay, Dad. Next question. But this time, try to answer in English. Okay, ਪੁੱਤਰ, you go ask, I answer. Okay, Dad. I go ask. What are your concerns about the environment? Environment, oh yeah. You know in Canada, there's 3W. Work, weather and woman. In Canada, anything could happen. But I'm always ready. I put one extra coat in my car trunk. Environment change, I put on another coat. I'm always ready. Hi. DP's not asking about the weather. ਪੁੱਛਦੀ ਆ ਕੀ ਕਹਿੰਦੇ ਪੰਜਾਬੀ ਚ? ਓਏ ਵਾਤਾਵਰਣ। ਹਾਂਜੀ, ਵਾਟ ਉਹ ਜਿਹੜੀ ਗੱਲ ਅੰਕਲ ਨੇ ਕਹੀ ਸੀ ਉਹ ਵਾਲੀ ਪੁੱਛਦੀ ਸੀ। ਓਏ ਨਿੰਦਰ ਸਿਆ, ਇਹ ਤੇਰੇ ਘਰ ਦੀ ਗੱਲ ਨਹੀਂ ਕਰਦੇ, ਹੁਣ ਆਪਾਂ ਪੂਰੇ ਪ੍ਰੋਫੈਸ਼ਨਲ ਲੈਵਲ ਤੇ ਗੱਲ ਕਰ ਰਹੇ ਆ। ਉਹ ਤੂੰ ਕਹਿਣਾ ਵੀ ਅਸੀਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬਹੁਤ ਕਦਮ ਪੁੱਟੇ ਆ ਤੇ ਅੱਗੇ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਯਤਨਸ਼ੀਲ ਰਹਾਂਗੇ। ਆ ਫੋਨ ਚੱਕ ਕਿਹਦਾ ਆ? ਤਾਂ ਨਿਆਣੇ ਬਸ। Hello? Yeah. Who is this? Yeah, okay. Just hold on a second. Dad, ਤੁਹਾਡੇ ਲਈ ਡਾਕਟਰ ਬਗੀਤੀ ਦਾ ਫੋਨ ਆ। ਉਹ ਇਹਨੂੰ ਕਿੱਦਾਂ ਪਤਾ ਲੱਗ ਗਿਆ? ਮੈਂ ਬਜੀਤ ਕੋਲ ਕਿੱਥੇ ਆਇਆ? ਮੈਂ ਕਿੱਥੇ ਆ ਦਿੱਲੀ ਜਾ ਬਜੀਤ ਕੋਲ ਫੋਨ ਗਈ। ਉਹ ਮੈਂ ਕਿਸੇ ਕਹਿ ਰਿਹਾ ਮੈਂ ਬਜੀਤ ਕੋਲ ਕਿੱਥੇ ਆ ਗਈ? ਮੈਂ ਮਾਂ ਕਰ ਆਪਣੀ ਮਾਂ ਨੂੰ ਦੇਖ ਮਾਂ ਨੂੰ ਦੇਖ। Relax. Just sit down. It's DP's friend.
ਨਾਲ ਆ ਜਾਣ ਪਛਾਣ ਨਾਲ। ਉਹ ਪਰ ਸਾਰੇ ਲੋਕ ਤਾਂ ਦਾਰੂ ਪੀ ਕੇ ਵੋਟਾਂ ਦੇਣ ਵਾਲੇ ਨਹੀਂ ਹੁੰਦੇ ਨਾ। ਪਰ ਅੰਕਲ ਜੀ ਆਪਣੀ ਜਾਣ ਪਛਾਣ ਦੀਆਂ ਵੋਟਾਂ ਲੈਣੀਆਂ ਤਾਂ ਹੁੰਦੀਆਂ ਹੀ ਆ, ਪਾਰਟੀਆਂ ਛਾਟੀਆਂ ਤਾਂ ਕਰਨੀਆਂ ਪੈਂਦੀਆਂ। ਅੰਕਲ ਜੀ ਕਈ ਵਾਰੀ ਤਾਂ ਫੈਕਟਰੀ ਦੇ ਵਿੱਚ ਸਾਰੇ ਦੇ ਸਾਰੇ ਵਰਕਰਾਂ ਨੂੰ ਲੰਚ ਭੇਜਣਾ ਪੈਂਦਾ। ਓਏ ਅੰਕਲ ਜੀ ਵੋਟਾਂ ਦੇ ਵਿੱਚ ਇਹੋ ਜਿਹਾ ਥੱਲਾ ਪੱਪਾ ਤਾਂ ਕਰਨਾ ਹੀ ਪੈਂਦਾ। ਮੇਰਾ ਮਤਲਬ ਆ ਪੱਲਿਓਂ ਪੈਸੇ ਦਾ ਖਰਚਾ ਕਰਨਾ ਹੀ ਪੈਂਦਾ। ਪਰ ਇਹ ਖਾਣ ਪੀਣ ਵਾਲਿਆਂ ਦੇ ਸਿਰ ਤੇ ਨਹੀਂ ਤੁਸੀਂ ਜਿੱਤ ਸਕਦੇ। ਅੰਕਲ ਜੀ ਇੱਕ ਮਿੰਟ ਰੁਕੋ। ਹੈਲੋ ਹਾਂਜੀ ਬਸ ਆਏ 15 ਮਿੰਟ ਜੀ। ਇੱਥੇ ਬੈਠਾ ਹੀ ਕਿਹਾ ਉਹ ਫਿਕਰ ਹੀ ਨਾ ਕਰੋ, ਫੱਟੇ ਚੱਕ ਦਿਆਂਗੇ। ਓਕੇ ਬਾਏ, ਮਿਲਦੇ ਹਾਂ। ਦੂਜੀ ਪਾਰਟੀ ਵਾਲਾ ਦਾ ਫੋਨ ਸੀ। ਹਾਂਜੀ ਅੰਕਲ ਜੀ। ਓਏ ਮੁੰਡਿਓ ਇਹ ਖਾਣ ਪੀਣ ਵਾਲਿਆਂ ਦਾ ਕੋਈ ਟਿਕਾਣਾ ਨਹੀਂ ਹੁੰਦਾ। ਅੱਜ ਤੂੰ ਸ਼ਰਾਬ ਬਣਾਤੀ, ਤੇਰਾ ਝੰਡਾ ਚੁੱਕ ਕੇ ਤੈਨੂੰ ਜਿਤਾਉਣ ਤੋਂ ਪੈਣਗੇ। ਕੱਲ ਨੂੰ ਕਿਸੇ ਹੋਰ ਨੇ ਦਾਰੂ ਬਣਾਤੀ, ਉਹਦਾ ਝੰਡਾ ਚੁੱਕ ਕੇ ਉਹਨੂੰ ਜਿਤਾਉਣ ਤੋਂ ਪੈਣਗੇ। ਉਹ ਬਈ ਪੋਲੀਟੀਕਲ ਖੇਤਰ ਵਿੱਚ ਤੁਹਾਡਾ ਆਪਣਾ ਵੀ ਕੋਈ ਸਟੈਂਡ ਹੋਣਾ ਚਾਹੀਦਾ ਕਿ ਨਹੀਂ? ਹੋਣਾ ਚਾਹੀਦਾ ਅੰਕਲ ਜੀ, ਬਿਲਕੁਲ ਹੋਣਾ ਚਾਹੀਦਾ। ਮੈਂ ਤੇ ਭਾਉ ਨਿੰਦਰ ਸਿੰਘ ਨੂੰ ਕਿਹਾ ਬਈ ਇੱਕ ਪੇਟੀ ਲੱਗੂ ਸ਼ਰਾਬ ਦੀ, ਮੇਰੀ 150 ਵੋਟ ਪੱਕੀ। ਹਾਂ ਵੀ ਨਿੰਦਰਾ ਅੱਜ ਕੋਈ ਦਾਰੂ ਦੂਰੂ ਦਾ ਇੰਤਜ਼ਾਮ ਕਰੇਗਾ ਕਿ ਚਾਹੇ ਰੱਖੇਗਾ? ਸਬਰ ਕਰ ਯਾਰ, ਸਬਰ ਕਰ। ਉਹ ਪੁੱਤਰਾ ਜਾ ਬੋਤਲ ਆਇਆ, ਉਹ ਫ੍ਰਿਜ ਦੇ ਨਾਲ ਅਲਮਾਰੀ ਹੈ ਨਾ, ਉੱਥੇ ਪਈ ਹੈ, ਜਦ ਆਇਆ। ਉਹ ਗੱਲ ਸੁਣ, ਉਹ ਨਾਲੇ ਤੇਰੀ ਮੰਮੀ ਨੇ ਮੇਰਾ ਕਿਹਾ ਪਕੌੜੇ ਬਣਾਏ ਹੋਣੇ ਆ ਗਰਮ ਗਰਮ, ਉਹ ਵੀ ਲਾਇਆ। ਮੇਰਾ ਤਾਂ ਯਾਰ ਬੋਲ ਬੋਲ ਕੇ ਸੰਗ ਵੀ ਸੁੱਕ ਗਿਆ। ਉਹ ਨਿੰਦਰਾ ਸੱਚ ਬੋਲਣ ਤੋਂ ਯਾਦ ਆਇਆ, ਤੂੰ ਭਾਸ਼ਣ ਭੂਸ਼ਣ ਵੀ ਤਿਆਰ ਕੀਤਾ ਜਿਹੜਾ ਤੈਨੂੰ ਕਿਹਾ ਸੀ। ਉਹ ਜਿੱਤ ਗਏ? ਆਹੋ ਹਾਂ ਸਪੀਚ ਕਰ ਫਿਰ ਸ਼ੁਰੂ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਜਾਈ ਜੀ। ਆ ਲਓ ਜੀ ਗਰਮ ਗਰਮ ਪਕੌੜੇ ਖਾਓ। ਇੰਨੀ ਖੇਚਲ ਦੀ ਕਾਹਦੀ ਲੋੜ ਸੀ? ਨਾ ਖੇਚਲ ਕਾਹਦੀ? ਹਾਂ ਵੀ ਜਿੱਤੇ ਪਾਣੀ ਕਿੰਨਾ ਕੁ ਪਾਉਣਾ? ਉਹ ਛੱਡ ਖੜਾ ਪਾਣੀ ਦਾ, ਇੰਨਾ ਕੁ ਪਾਣੀ ਦਾ ਆਪਣੇ ਮੂੰਹ ਚ ਉਦਾਂ ਹੀ ਖਰਾਬ ਲੈਂਦੇ। ਨਿੰਦਰਾ ਚੱਲ ਮੈਂ ਸਪੀਚ ਕਰ ਦੂੰ। ਨਹੀਂ ਕਰ ਦਿੰਦੇ ਯਾਰ, ਗੱਲ ਕੀ ਆ? ਹੈਲੋ ਹੈਲੋ, ਉਹ ਕੀ ਕਰੀ ਜਾਨਾ? ਮਾਈਕ ਨੂੰ ਚੈੱਕ ਕਰਨਾ। ਹੁਣ ਕੀ ਹੋ ਗਿਆ? ਕਰੰਟ ਮਾਰਦਾ ਹੀ ਆ। ਛੱਡ ਖੜਾ ਮਾਈਕ ਦਾ, ਇਤਰਾ ਸ਼ੁਰੂ ਕਰ ਦੇ। ਓਕੇ ਠੀਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਕਿ ਪੰਥ ਦਾ ਹੁਕਮ ਹੋਇਆ ਸੀ, ਇੱਕੋ ਹੀ ਗੁਰਦੁਆਰਾ ਤੋਰੋ। ਆਵੇ ਨਿੰਦਰਾ ਥੋੜਾ ਬਦਲ ਕੇ ਚੱਲ। ਠੀਕ ਆ ਠੀਕ ਆ। ਦੋਸਤੋ ਤੇ ਸਾਥੀਓ, ਇਹ ਕੋਈ ਕਾਮੇਡੀ ਦੀ ਮੀਟਿੰਗ ਸੱਦੀ ਆ, ਇਹ ਕੱਟ ਦਵੋ। ਯਾ ਡੈਡ, ਤੁਸੀਂ ਨਾਈਸਲੀ ਸ਼ੁਰੂ ਕਰੋ, ਲਾਈਕ ਲੇਡੀਜ਼ ਐਂਡ ਜੈਂਟਲਮੈਨ। ਓਕੇ ਪੁੱਤਰ, ਓਕੇ। Ladies and gentlemen, ਸਤਿ ਸ੍ਰੀ ਅਕਾਲ। Diti, he was on the phone. It was my friend. Okay, Dad, where were we? Let's start again. What have you done for your community? ਉਹ ਜੋ ਕੁਝ ਹੁਣ ਤੱਕ ਕੀਤਾ, ਉਹ ਕਮਿਊਨਿਟੀ ਦੀ ਸੇਵਾ ਹੀ ਕੀਤੀ ਆ। ਜਦੋਂ ਵੀ ਸਾਨੂੰ ਕਿਸੇ ਨੇ ਸੱਦਿਆ, ਉਹ ਕਿਸੇ ਜਵਾਕ ਦਾ ਬਰਥਡਾ ਹੋਵੇ, ਕਿਸੇ ਦਾ ਵਿਆਹ ਹੋਵੇ, ਕਿਸੇ ਦੇ ਘਰ ਲੰਗਰ ਹੋਵੇ ਜਾਂ ਜਗਰਾਤਾ ਹੋਵੇ, ਅਸੀਂ ਹਮੇਸ਼ਾ ਹੀ ਟਾਈਮ ਤੇ ਪਹੁੰਚੀਦਾ। ਆ ਫਿਊਨਲ ਅਸੀਂ ਕਦੇ ਵੀ ਕਿਸੇ ਦਾ ਮਿਸ ਨਹੀਂ ਕੀਤਾ। ਆ ਜਿਹੜੇ ਗਾਉਣ ਵਜਾਉਣ ਵਾਲੇ ਆਉਂਦੇ ਹੁੰਦੇ ਨਾ, ਜਦੋਂ ਵੀ ਗਾਉਣ, ਟਿਕਟ ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਵੇ ਜੀ, ਅਸੀਂ ਮਹਿੰਗੀ ਤੋਂ ਮਹਿੰਗੀ ਟਿਕਟ ਲੈ ਕੇ ਨਾ ਆ ਮੂਰਲੀ ਸੀਟ ਤੇ ਬੈਠ ਕੇ ਦੇਖੀਦਾ। ਤੇ ਜੇ ਕਿਤੇ ਚਾਹ ਚੂਸ ਲੱਗੇ ਤਾਂ ਫੋਟੋ ਵੀ ਖਿਚਾ ਲਈਦੀ ਆ। ਅੱਜ ਤਾਂ ਕਿਤੇ ਆਪਣੇ ਆ ਭਾਈ ਕੀ ਨਾਂ ਦਾ, ਸਤਿੰਦਰ ਸਰਦਾਰ। ਹਾਂ ਹਾਂ, ਇਹਦੇ ਨਾਲ ਖਿਚਾਈ ਸੀ। ਆ ਜਦੋਂ ਨਗਰ ਕੀਰਤਨ ਹੁੰਦਾ ਨਾ, ਆਪਾਂ ਹਮੇਸ਼ਾ ਸਾਰਿਆਂ ਨਾਲੋਂ ਮੂਹਰੇ ਹੋਈਦਾ। ਉਹ ਮੂਰੇ ਤੂੰ ਉੱਥੇ ਪੁੰਨ ਨੂੰ ਨਹੀਂ ਹੁੰਦਾ, ਉੱਥੇ ਜਾ ਕੇ ਆ ਤੱਤੇ ਪਕੌੜੇ ਜਿਹੇ ਖਾਣੇ ਹੁੰਦੇ ਆ। ਓਏ ਚੰਗਾ ਰਹਿੰਦਾ, ਮੂਹਰੇ ਜਾ ਕੇ ਖਾ ਤਾਂ ਲੈਂਦਾ। ਆ ਆਪਣੇ ਲੋਕ ਨਾ ਸੁਪਰ ਸਟੋਰ ਵਿੱਚ 2-2 ਘੰਟੇ ਲਾਈਨ ਵਿੱਚ ਖੜੇ ਰਹਿਣਗੇ, ਪਰ ਆ ਜਦੋਂ ਨਗਰ ਕੀਰਤਨ ਜਾਂ ਗੁਰਦੁਆਰੇ ਕੋਈ ਚੀਜ਼ ਵਰਤਣੀ ਹੋਵੇ, ਜਾ ਨਾ ਕਦੇ ਲਾਈਨ ਵਿੱਚ ਖੜ ਜਾ।
ਇੱਕ ਦੂਜੇ ਨੂੰ ਧੱਕੇ ਹੀ ਮਾਰੀ ਜਾਣਗੇ ਜਿਵੇਂ ਕਿਤੇ ਪਕੌੜੇ ਦੇਖੇ ਹੀ ਨਹੀਂ ਹੁੰਦੇ। ਕਦੇ ਹਸਪੀਟਲ ਲੈਵਾਂ ਕੇ ਕੰਮ ਕੀਤਾ, ਕਦੇ ਕਮਿਊਨਿਟੀ ਦਾ ਕੰਮ ਕੀਤਾ। ਉਹ ਕੀਤਾ ਪੁੱਤਰ, ਕਿਉਂ ਨਹੀਂ ਕੀਤਾ? ਆ ਟੈਕਸੀ ਚਲਾਉਣਾ ਵੀ ਤਾਂ ਕਮਿਊਨਿਟੀ ਦਾ ਹੀ ਕੰਮ ਆ। ਪਹਿਲਾਂ ਤੇਰੇ ਡੈਡੀ ਨੇ ਬ੍ਰਾਂਪਟਨ ਦੇ ਵਿੱਚ ਕਿੰਨੇ ਸ਼ਰਾਬੀਆਂ ਨੂੰ ਘਰੋਂ ਘਰੀ ਢੋਇਆ, ਇਹਨੇ ਕਦੇ ਦੇਖਿਆ ਬੰਦਾ ਗੋਰਾ ਸੀ ਜਾਂ ਕਾਲਾ? ਫਿਰ ਉਹਨੇ 에ਅਰਪੋਰਟ ਤੇ ਕਿੰਨੇ ਬਿਜ਼ਨਸਮੈਨਾਂ ਨੂੰ ਘਰੋਂ ਘਰੀ ਪਹੁੰਚਾਇਆ, ਇਹਨੇ ਕਦੇ ਦੇਖਿਆ ਬੰਦਾ ਗੋਰਾ ਸੀ ਜਾਂ ਕਾਲਾ? ਓਏ ਨਿੰਦਰਾ, ਤੂੰ ਦੱਸਦਾ ਕਿਉਂ ਨਹੀਂ ਵੀ ਆ ਟੈਕਸੀ ਚਲਾਉਣਾ ਵੀ ਤਾਂ ਕਮਿਊਨਿਟੀ ਦੀ ਸੇਵਾ? ਬਈ ਇਹੋ ਹੀ ਇੱਕ ਤਾਂ ਕਮਿਊਨਿਟੀ ਨੇ ਸੇਵਾ ਕੀਤੀ ਆਪਣੇ ਬੰਦਿਆਂ ਨੇ, ਜੇ ਵੀ ਨਾ ਕਰਦੇ ਤੇ ਗੋਰਿਆਂ ਨੂੰ ਕਰਨੀ ਪੈਣੀ ਸੀ। Dad, what will you do for the education system? That's a good question. ਜੇ ਮੈਂ ਐਮਐਲਏ ਬਣ ਗਿਆ ਨਾ, ਸਭ ਤੋਂ ਪਹਿਲਾਂ ਮੈਂ ਸਕੂਲਾਂ 'ਚ ਪੰਜਾਬੀ ਲੈਂਗੁਏਜ ਸ਼ੁਰੂ ਕਰਾਉਂ, ਕਿਉਂਕਿ ਆਪਣੇ ਜਵਾਕਾਂ ਨੂੰ ਪੰਜਾਬੀ ਸਮਝ ਜਿਹੜਾ ਮੁਸ਼ਕਲ ਆਉਂਦੀ ਹੈ ਨਾ, ਉਹ ਫੇਰ ਆਸਾਨੀ ਨਾਲ ਸਮਝਿਆ ਕਰਨਗੇ, ਤਾਂ ਮੈਨੂੰ ਜਿਹੜਾ ਕਿ ਸਪੀਚ ਦੇਣੀ ਸੌਖੀ ਹੋ ਜਾਊ। ਕਿੱਦਾਂ ਦੀ ਗੱਲਾਂ ਕਰੀ ਜਾਂਦਾ ਯਾਰ, ਜਰਾ ਛੱਡ ਦਵੋ। ਉਹ ਛੱਡ ਖਾਂ ਬਹਿ ਜਾ ਤੂੰ, ਜੇ ਤੂੰ ਹੀ ਸਾਰਾ ਕੋਈ 10-10 ਕੇ ਨੂੰ ਕਰਾਉਣਾ ਆ ਤੇ ਆਪ ਹੀ ਬਣ ਜਾ ਹਾਂ ਐਮਐਲਏ। ਯਾਰ ਤੁਸੀਂ ਵੀ ਕਮਾਲ ਕਰੀ ਜਾਂਦੇ ਆ। ਉਹ ਜੇ ਮੈਂ ਐਮਐਲਏ ਬਣ ਗਿਆ ਨਾ, ਤਾਂ ਤੈਨੂੰ ਅਗਲੀਆਂ ਚੋਣਾਂ 'ਚ ਈਸਟ ਵਾਲੇ ਪਾਸੇ ਤੋਂ ਖੜਾ ਕਰੂੰ, ਤਾਂ ਮਨਜੀਤ ਕੌਰ ਨੂੰ ਵੈਸਟ ਵਾਲੇ ਪਾਸੇ ਤੋਂ। ਉਹ ਫਿਰ ਆਪਣੇ ਸਾਰੇ ਪੰਜਾਬੀ ਐਮਐਲਏ ਬਣ ਜਾਣਗੇ। ਤੂੰ ਤਾਂ ਐਵੇਂ ਯਾਰ ਘਬਰਾਈ ਜਾਂਦਾ। DP, it looks like we're gonna have to find new parents. You know how you always tell me you love to eat brote? But if mom becomes an MLA, forget about brote. You won't even get suki and roti on. ਉਹ ਯਾਰ ਤੁਸੀਂ ਤਾਂ ਐਵੇਂ ਫਿਕਰ ਕਰੀ ਜਾਂਦੇ ਹੋ। ਉਹ ਤੁਹਾਡੀ ਮੰਮੀ ਨੇ ਤਾਂ ਐਮਐਲਏ ਦੀ ਤਨਖਾਹ ਲੈਣ ਜਾਇਆ ਕਰਨਾ, ਬਾਕੀ ਸਾਰਾ ਦਿਨ ਤਾਂ ਘਰੇ ਰੋਟੀਆਂ ਬਣਾਇਆ ਕਰਨੀਆਂ। Dad, ਮੰਮੀ ਦਾ ਫਿਕਰ ਬਾਅਦ ਕਰਿਓ, ਪਹਿਲਾਂ ਸੋਚੋ ਕਿ ਲੋਕ ਤੁਹਾਨੂੰ ਵੋਟ ਦੇਣਗੇ। ਉਹ ਦੇਣਗੇ ਪੁੱਤ, ਦੇਣਗੇ ਕਿਉਂ ਨਹੀਂ? ਆ ਜਿਹੜਾ ਤੇਰੇ ਡੈਡੀ ਨੇ ਪੱਲਿਓਂ 10-20 ਹਜ਼ਾਰ ਲਾ ਕੇ ਮੈਂਬਰਸ਼ਿਪਾਂ ਭਰਨੀਆਂ, ਉਹ ਤਾਂ ਵੋਟ ਸ਼ਰਮੋ ਸ਼ਰਮੀ ਪਾਉਣਗੇ। ਉਹ ਜੇ ਨਾ ਵੀ ਸ਼ਰਮਾ ਸ਼ਰਮੀ ਪਾਉਣਗੇ ਤੇ ਜਿਨ੍ਹਾਂ ਨੂੰ ਆਪਾਂ ਸ਼ਰਾਬ ਪਿਆਈ ਆ ਉਹਨਾਂ ਕੋਲ ਧੱਕੇ ਨਾ ਪਾਵਾਂਗੇ। ਉਹ ਪਰ ਮੁੰਡਿਓ, ਅੱਜ ਕੱਲ ਲੋਕ ਬਥੇਰੇ ਸਿਆਣੇ ਹੋਏ ਆ। ਅੰਕਲ ਜੀ ਇੱਕ ਮਿੰਟ। ਹੈਲੋ, ਹਾਂਜੀ ਬਸ ਤੁਰਨ ਲੱਗਿਆ, ਬਾਕੀ ਬੰਦੇ ਆ ਗਏ ਸਾਰੇ? ਓਕੇ, ਅਸੀਂ ਵੀ ਆਏ 5 ਮਿੰਟ। ਉਹਨਾਂ ਦਾ ਇਹ ਦੂਜੀ ਪਾਰਟੀ ਵਾਲੇ। ਹਾਂਜੀ ਅੰਕਲ ਜੀ, ਕੀ ਆਂਦੇ ਵੀ ਤੁਸੀਂ? ਮੈਂ ਕੀ ਕਹਿ ਰਿਹਾ ਸੀ? ਹਾਂ, ਉਹ ਮੁੰਡਿਓ, ਅੱਜ ਕੱਲ ਲੋਕ ਬਥੇਰੇ ਸਿਆਣੇ ਹੋਏ ਆ, ਕਿਸੇ ਨੂੰ ਨਾਰਾਜ਼ ਨਹੀਂ ਕਰਦੇ, ਦੂਰੀਆਂ ਮੈਂਬਰਸ਼ਿਪਾਂ ਭਰਾ ਲੈਂਦੇ ਆ। ਉਹ ਆਹੋ ਬਈ, ਭਰਵਾਉਣ ਵੀ ਕਿਉਂ ਨਾ, ਉਹਨਾਂ ਦੇ ਕਿਹੜਾ ਜੇਬ ਚੋਂ ਜਾਂਦੇ ਆ। ਉਹ ਅੰਕਲ ਜੀ, ਜੇ ਉਹਨਾਂ ਦੇ ਜੇਬ ਚੋਂ ਨਹੀਂ ਜਾਂਦੇ ਤੇ ਸਾਡੇ ਕਿਹੜੇ ਦਰਖਤਾਂ ਨੂੰ ਲੱਗਦੇ ਆ? ਤੇ ਡੈਡੀ ਜੀ ਮੇਰੀ ਗੱਲ ਸੁਣੋ, ਜਿਹੜੀਆਂ ਮੇਰੀਆਂ ਫਰੈਂਡਾਂ ਮੇਰੇ ਕੰਮ ਤੇ ਨੇ, ਉਹਨਾਂ ਸਾਰਿਆਂ ਦੇ ਐਡਰੈਸ ਚੇਂਜ ਕਰਵਾ ਕੇ ਇੱਧਰ ਹੀ ਵੋਟਾਂ ਪਵਾ ਲੈਣੀਆਂ ਨੇ। Are you sure ਕਿ ਲੋਕ ਤੁਹਾਨੂੰ ਫੋਰਸਫੁਲੀ ਵੋਟ ਦੇਣਗੇ? ਦੇਣਗੇ ਦੀਪੀ ਪੁੱਤ, ਭਲਾ ਕਿਉਂ ਨਹੀਂ ਦੇਣਗੇ? ਤੁਹਾਡੇ ਡੈਡ ਵਰਗਾ ਹਿੰਮਤੀ, ਸੁਲਝਿਆ ਤੇ ਸਿਆਣਾ ਲੀਡਰ ਲੱਭਣਾ ਕਿਤੋਂ ਉਹਨਾਂ ਨੂੰ। Dad, by getting people to forcefully vote for you, you're not going to be the only one Badnaam. The whole community is going to be Badnaam. ਓਏ ਮੁੰਡਿਓ, ਓਏ ਮੇਰੀ ਗੱਲ ਸੁਣੋ। ਓਏ ਆਪਣੇ ਲੋਕਾਂ ਨੂੰ ਇੱਥੇ ਆਇਆ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ। ਤੁਹਾਨੂੰ ਪਤਾ ਉਹਨਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਣਾ, ਉਹਨਾਂ ਨੇ ਕਿਹੜੀਆਂ ਤਕਲੀਫਾਂ ਝੱਲੀਆਂ ਹੋਣੀਆਂ। ਓਏ ਸਿਰ ਝੁਕਦਾ ਉਹਨਾਂ ਦੀਆਂ ਕੁਰਬਾਨੀਆਂ ਅੱਗੇ। ਸਾਡੇ ਹਿੰਮਤੀ ਤੇ ਸਿਰੜੀ ਲੋਕਾਂ ਨੇ ਔਖੇ ਸਮਿਆਂ ਵਿੱਚ ਘਾਲਣਾ ਘਾਲ ਕੇ ਸਾਨੂੰ ਇਸ ਕਾਬਲ ਬਣਾਇਆ ਕਿ ਅੱਜ ਅਸੀਂ ਮਾਣ ਨਾਲ ਸਿਰ ਉੱਚਾ ਕਰਕੇ ਇਸ ਕਮਿਊਨਿਟੀ ਵਿੱਚ ਵਿਚਰ ਰਹੇ ਹਾਂ। Uncle, by beating the system and having the Ranga as the leader, ਤੁਸੀਂ ਸਾਡੀ future generation ਵਾਸਤੇ ਕੰਡੇ ਬੀਜ ਰਹੇ ਹੋ। ਓਏ ਇਹਨਾਂ ਬੱਚਿਆਂ ਦੀ ਸੁਣੋ, ਉਹ ਮੁੰਡਿਓ, ਇਹਨਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ। ਪੁੱਤਰੋ, ਸੋਚਿਆ ਕਦੇ ਤੁਸੀਂ ਕੱਲ ਨੂੰ ਜਦੋਂ ਇਹ ਨੌਜਵਾਨ ਇਲੈਕਸ਼ਨ ਵਿੱਚ ਖੜੇ ਹੋਣਗੇ, ਤੁਹਾਡੇ ਵੱਲੋਂ ਵੋਟਾਂ ਦੀ ਖਾਤਰ ਬਣਾਈਆਂ ਗਲਤ ਨੀਤੀਆਂ ਕਰਕੇ ਇਹਨਾਂ ਨੂੰ ਕਿਹੜੇ ਨਾਮਾਂ ਨਾਲ ਨਵਾਜਿਆ ਜਾਊਗਾ? ਸੋਚਿਆ ਕਦੇ ਤੁਸੀਂ? ਓਏ ਬੰਦਾ ਗੋਰਾ ਹੋਵੇ, ਕਾਲਾ ਹੋਵੇ ਜਾਂ ਤੁਹਾਡੇ ਵਿੱਚੋਂ ਕੋਈ ਵੀ ਹੋਵੇ, ਕੀ ਫਰਕ ਪੈਂਦਾ? ਪਰ ਬੰਦਾ ਉਹ ਹੋਣਾ ਚਾਹੀਦਾ ਜੋ ਕਮਿਊਨਿਟੀ ਦੀਆਂ ਪ੍ਰੋਬਲਮਾਂ ਸਮਝਦਾ ਹੋਵੇ
ਤੇ ਉਹਨਾਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦਾ ਹੋਵੇ। ਇੰਦਰ ਪੁੱਤਰ ਜੇ ਮੇਰੀ ਗੱਲ ਮੰਨਦਾ ਨਾ ਤੂੰ ਇਹ ਗੱਲ ਦਿਮਾਗ ਚੋਂ ਬਿਲਕੁਲ ਕੱਢ ਦੇ। ਆਪਾਂ ਜੇ ਆਪਣੇ ਮੁਲਕ ਵਰਗੀ ਗੰਦੀ ਸਿਆਸਤ ਜੇ ਇੱਥੇ ਨਾ ਹੀ ਵਾੜੀਏ ਨਾ ਚੰਗੀ ਗੱਲ ਹੈ। ਆਪਾਂ ਨੂੰ ਤਾਂ ਚਾਹੀਦਾ ਹੈ ਕਿ ਇੱਥੋਂ ਦੀ ਨਵੀਂ ਪਨੀਰੀ ਨੂੰ ਸਿਆਸਤ ਵਿੱਚ ਆਉਣ ਦਾ ਮੌਕਾ ਦੇਈਏ। ਉਹ ਸਾਡੀ ਸਾਰਿਆਂ ਦੀ ਗੱਲ ਵੀ ਸਮਝਦੇ ਆ ਤੇ ਕੈਨੇਡਾ ਦੇ ਸਿਸਟਮ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ। ਹੈਲੋ ਹਾਂਜੀ ਬਸ ਤੁਰੇ ਹੋਣੇ ਆ, ਸਟੀਲ ਵਾਲੇ ਲਾਈਟਾਂ ਤੇ ਪਹੁੰਚ ਗਏ। ਸਮਝੋ ਡਰਾਈਵਰਾਂ ਦੀਆਂ ਵੋਟਾਂ ਸਾਰੀਆਂ ਤੁਹਾਨੂੰ ਹੀ ਪੈਣੀਆਂ, ਜਿੱਤੇ ਹੀ ਸਮਝੋ। ਓਕੇ ਬਾਏ। ਉਹ ਨਿੰਦਰ ਪੁੱਤਰ ਕਰ ਲੈ ਕਮਿਊਨਿਟੀ ਦੀ ਸੇਵਾ। ਇਹਨਾਂ ਨੂੰ ਛੱਡਿਆ ਟੈਕਸੀ ਤੇ ਘਰੋਂ ਘਰੀ ਕਿਸੇ ਹੋਰ ਨੂੰ ਜਿਤਾਉਣ ਜਾਣਾ ਹੋਊ।